देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਇੱਥੇ ਆਏ ਆ ਤੇ ਅਸੀਂ ਲਾਈਨ 'ਚ ਲੱਗੇ ਰਹੇ। ਜਦ ਅੱਗੇ ਸਾਡੀ ਵਾਰੀ ਆਈ ਕਹਿੰਦੇ ਸਟੈਂਪ ਲਵਾ ਕੇ ਲੈ ਕੇ ਆਓ। ਆਧਾਰ ਕਾਰਡ ਤੇ ਹੋਣਾ ਚਾਹੀਦਾ ਕਿਉਂਕਿ ਅਸੀਂ ਵੀ ਵਰਕ ਕਰਦੇ ਆ ਇੱਥੇ ਤੇ ਸਾਨੂੰ ਵੀ ਬਹੁਤ ਜ਼ਿਆਦਾ ਖੱਜਲ ਖਵਾਰੀ ਹੋ ਰਹੀ ਆ। ਪਹਿਲਾਂ 2 ਗੇੜੇ ਲਾ ਚੁੱਕੀ ਆ, ਸਾਰਾ ਪਤਾ ਕਰਕੇ ਗਿਆ। ਪਹਿਲਾਂ ਉਧਰੋਂ ਕੀਤਾ, ਸਾਹਮਣੇ ਜਿਹੜੀ ਪੁਲਿਸ ਸਟੇਸ਼ਨ ਆ ਉੱਥੋਂ ਪਤਾ ਕੀਤਾ ਤਾਂ ਉਹ ਕਹਿੰਦੇ ਕਿ ਇੱਕ ਫੇਜ਼ ਦੇ ਵਿੱਚ SHO ਦੇ ਹੀ ਹੋਣਗੇ, ਉਹੀ ਟੈਸਟਡ ਕਰਦੇ ਆ। ਹੁਣ ਮੌਤ ਨੂੰ ਆਪਣੇ ਤੋਂ ਦੂਰ ਰੱਖਣ ਲਈ ਵੀ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਨੇ। ਇਹੀ ਹਾਲਾਤ ਪੰਜਾਬ ਦੀ ਰਾਜਧਾਨੀ ਨਾਲ ਲੱਗਦੇ ਜ਼ਿਲ੍ਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਯਾਨੀ ਕਿ ਮੋਹਾਲੀ ਦੇ ਨੇ, ਜਿੱਥੇ ਦੇ ਪ੍ਰਸ਼ਾਸਨ ਨੇ ਇੱਕ ਵੱਖਰਾ ਹੀ ਫਰਮਾਨ ਲਾਗੂ ਕੀਤਾ ਹੋਇਆ ਹੈ। ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਨੂੰ ਆਪਣੇ ਤੋਂ ਦੂਰ ਰੱਖਣ ਲਈ ਲੋਕਾਂ ਨੂੰ ਕਦੀ SHO, ਕਦੀ ਕਾਉਂਸਲਰ ਤੇ ਕਦੇ ਹੋਰ ਅਫਸਰਾਂ ਦੀ ਇਜਾਜ਼ਤ ਦੀ ਲੋੜ ਪੈ ਰਹੀ ਹੈ। ਦਰਅਸਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵੈਕਸੀਨ ਲਵਾਉਣ ਲਈ ਲੋਕਾਂ ਨੂੰ ਸਕਰੀਨ ਤੇ ਦਿਖ ਰਹੇ ਇਹਨਾਂ ਅਫਸਰਾਂ ਵਿੱਚੋਂ ਕਿਸੇ ਇੱਕ ਦੀ ਮੋਹਰ ਲਵਾਉਣੀ ਜ਼ਰੂਰੀ ਹੈ। ਇਸ ਫੈਸਲੇ ਨਾਲ ਕਿਵੇਂ ਆਮ ਲੋਕ ਭੰਬਲ ਭੂਸੇ 'ਚ ਫਸੇ ਹੋਏ ਨੇ, ਦੱਸੇਗੀ ਸਾਡੇ ਪੱਤਰਕਾਰ ਵਿੰਦਰਮੀਤ ਦੀ ਇੱਕ ਖਾਸ ਰਿਪੋਰਟ। ਵੈਕਸੀਨੇਸ਼ਨ ਦੇ ਪ੍ਰੋਗਰਾਮ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਡਰਾਈਵ ਚਲਾਉਂਦੀ ਹੈ ਤੇ ਲੇਕਿਨ ਇੱਕ ਅਟਪਟਾ ਜਾਂ ਆਦੇਸ਼ ਮੋਹਾਲੀ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ। ਆਦੇਸ਼ ਇਹ ਹੈ ਕਿ ਜੋ ਵੀ ਵੈਕਸੀਨੇਸ਼ਨ ਲਗਵਾਉਂਦਾ ਉਸ ਨੂੰ ਫਾਰਮ ਭਰ ਕੇ ਉਸ ਦੇ ਉੱਤੇ SHO, MC ਜਾਂ ਫਿਰ ਹੋਰ ਜਿਹੜੇ ਗਜ਼ਟਡ ਅਫਸਰ ਆ ਉਹਨਾਂ ਦੀ ਮੋਹਰ ਲਗਵਾਉਣਾ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਜਿਹੜੇ ਵੈਕਸੀਨੇਸ਼ਨ ਦਾ ਕੰਮ ਹੋਏਗਾ, ਯਾਨੀ ਕਿ ਵੈਕਸੀਨੇਸ਼ਨ ਤੁਹਾਨੂੰ ਲੱਗੇਗੀ। ਮੈਂ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਜਿਹੜੇ ਆਰਡਰ ਬਾਹਰ ਲਾਏ ਗਏ ਨੇ। ਜਿਹੜਾ ਸਰਕਾਰੀ ਆਰਡਰ ਹੈ ਮੋਹਾਲੀ DC ਦਾ ਉਹ ਵੀ ਤੁਹਾਨੂੰ ਦਿਖਾਵਾਂਗੇ, ਲੇਕਿਨ ਤੁਹਾਨੂੰ ਇਹ ਚੀਜ਼ ਦਿਖਾ ਦੇਣਾ ਕਿ ਮੋਹਰਾਂ ਕਿਹਦੀਆਂ ਲਗਵਾਉਣੀਆਂ ਹੈ। SDM, ਸਰਕਲ ਰੈਵਨਿਊ ਆਫਿਸਰ, EO, BDPO ਆਫਿਸਰ, MC ਯਾਨੀ ਕਿ MC, SHO। ਦੇਖੋ ਤੁਸੀਂ ਇਹ ਵੀ ਦੇਖੋ SHO ਦੀ ਮੋਹਰ ਲਗਵਾਉਣਾ ਜ਼ਰੂਰੀ ਹੈ। ਤਾਂ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਨੇ। ਲੋਕ ਪਹਿਲਾਂ ਇੱਥੇ ਆਉਂਦੇ ਨੇ, ਉਸ ਤੋਂ ਬਾਅਦ ਫਾਰਮ ਲੈਂਦੇ ਨੇ, ਫਾਰਮ ਲੈ ਕੇ ਦੁਬਾਰਾ ਆਪਣੇ MC ਕੋਲ ਮਿੰਨਤਾਂ ਤਰਲੇ ਕਰਦੇ ਨੇ, SHO ਨੂੰ ਲੱਭਦੇ ਨੇ ਅਤੇ ਉਸ ਤੋਂ ਬਾਅਦ ਮੋਹਰਾਂ ਲਗਵਾ ਕੇ ਫਿਰ ਇੱਥੇ ਆਉਂਦੇ ਨੇ ਅਤੇ ਫਿਰ ਕਿਤੇ ਨਾ ਕਿਤੇ ਵੈਕਸੀਨੇਸ਼ਨ ਆਉਂਦੀ ਹੈ। ਉਸ ਤੋਂ ਬਾਅਦ ਵੈਕਸੀਨੇਸ਼ਨ ਆ ਵੀ ਜਾਂਦੀ ਆ, ਲੱਗਣ ਦਾ ਸਮਾਂ ਵੀ ਆਉਂਦਾ ਤਾਂ ਕਈ ਵਾਰੀ ਵੈਕਸੀਨੇਸ਼ਨ ਖਤਮ ਹੋ ਜਾਂਦੀ। ਸਾਡੇ ਨਾਲ ਇੱਥੇ ਕੁਝ ਲੋਕ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਤੁਹਾਡਾ ਫਾਰਮ ਕਿੱਥੇ ਹੈਗਾ, ਤੁਸੀਂ ਕਿੱਥੋਂ ਆਏ ਹੋ? ਸਰ ਇਹ ਫਾਰਮ ਹੈ ਮੇਰਾ, ਮੈਂ ਖਰੜ ਤੋਂ ਆਇਆ ਸੀਗਾ ਜੀ। ਪਹਿਲਾਂ ਆਇਆ ਸੀਗਾ ਸਰ, ਮੈਂ ਪਹਿਲਾਂ ਇੱਥੇ ਫਾਰਮ ਨਹੀਂ ਮਿਲੇ ਸੀਗੇ, ਫਾਰਮ ਦਿੱਤੇ ਨਹੀਂ। ਇੱਥੇ ਫਾਰਮ ਜਾ ਕੇ ਪਹਿਲਾਂ ਸਾਨੂੰ ਜਾਣਾ ਪੈਂਦਾ ਹਸਪੀਟਲ, ਉੱਥੋਂ ਫਾਰਮ ਲੈ ਕੇ ਫਿਰ ਇੱਥੇ ਆਉਣਾ ਪੈਂਦਾ ਹੈ। ਹਸਪੀਟਲ ਫਾਰਮ ਤੁਹਾਨੂੰ ਮੁੱਲ ਮਿਲਿਆ ਜਾਂ ਫਿਰ ਫ੍ਰੀ ਮਿਲਿਆ? ਨਹੀਂ, ਉੱਥੇ ਉਹ ਫੋਟੋ ਕਾਪੀ ਵਾਲੇ ਦਿੰਦੇ ਆ, 5 ਰੁਪਏ ਦਾ ਫਾਰਮ ਦਿੰਦੇ ਆ ਉੱਥੇ। ਹਾਂਜੀ, ਉਸ ਤੋਂ ਬਾਅਦ ਇੱਥੇ ਆਏ ਆ? ਹਾਂਜੀ, ਫਿਰ ਇੱਥੇ ਆਏ ਆ ਤੇ ਅਸੀਂ ਲਾਈਨ 'ਚ ਲੱਗੇ ਰਹੇ। ਜਦ ਅੱਗੇ ਸਾਡੀ ਵਾਰੀ ਆਈ ਕਹਿੰਦੇ ਸਟੈਂਪ ਲਵਾ ਕੇ ਲੈ ਕੇ ਆਓ। ਆਹ ਸਟੈਂਪ ਲੱਗੀ ਹੋਈ ਹੈ ਦੇਖੋ। ਤਾਂ ਇਹ ਸਟੈਂਪ ਲੱਗੀ ਹੋਈ ਆ। ਸਟੈਂਪ ਲਗਵਾਉਣੀ ਮੈਂਡੇਟਰੀ ਕਰ ਦਿੱਤੀ ਹੈ, ਜ਼ਰੂਰੀ ਕਰ ਦਿੱਤੀ ਹੈ। ਲੋਕ ਇੱਥੇ ਆਉਂਦੇ ਨੇ, ਆ ਕੇ ਇੱਥੇ ਖੜ੍ਹਦੇ ਨੇ ਅਤੇ ਉਸ ਤੋਂ ਬਾਅਦ ਪਤਾ ਚੱਲਦਾ ਕਿ ਮੋਹਰ ਲੱਗਣੀ ਸੀ, ਮੋਹਰ ਨਹੀਂ ਲੱਗੀ। ਕੁਝ ਦੁਬਾਰਾ ਜਾਓ, ਸਟੈਂਪ ਲਗਵਾ ਕੇ ਫਿਰ ਦੁਬਾਰਾ ਆਉਣਾ ਪੈਂਦਾ ਇੱਥੇ। ਅਸੀਂ ਹੋਰ ਵੀ ਕੁਝ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨਾਲ ਵੀ। ਤੁਹਾਡਾ ਕਿੱਥੇ ਹੈਗਾ ਇਹ ਆਪਣਾ? ਇੱਕ ਫੇਸ ਤੋਂ ਸਟੈਂਪ ਲੱਗੀ ਹੈ ਜੀ। ਅੱਛਾ, ਇਹ ਕਿਹਦੀ ਸਟੈਂਪ ਲੱਗੀ ਹੋਈ ਹੈ? ਇਹ SHO ਦੀ ਲੱਗੀ ਇੱਕ ਫੇਸ ਥਾਣੇ ਤੋਂ ਨਾ। ਮੈਂ ਇੱਕ ਵਾਰੀ ਦਿਖਾ ਦਿੰਦਾ ਕਿ ਹੈਲਥ ਤੇ ਜਿਹੜਾ ਹੈਲਥ ਦੇ ਜਿਹੜੇ ਇਹ ਹੈਗੇ ਆ ਆਪਣਾ ਫਾਰਮ ਹੈਗਾ, ਇਹਦੇ ਤੇ SHO ਦੀ ਮੋਹਰ ਲੱਗਦੀ ਆ। DC ਦਾ ਲੱਗਦਾ ਨਹੀਂ ਕਿ ਨਾਦਰਸ਼ਾਹੀ ਫਰਮਾਨ ਹੈਗਾ ਪੰਜਾਬ ਸਰਕਾਰ ਦਾ ਕਿ ਇਸ ਕਾਰਡ ਦੇ ਉੱਤੇ SHO ਦਾ ਮੋਹਰ ਦਾ ਕੀ ਕੰਮ ਹੈਗਾ? ਤੁਹਾਨੂੰ ਲੱਗਦਾ ਹੈ ਤਾਂ ਕੋਈ ਕੰਮ ਨਹੀਂ, ਵੈਸੇ ਹਰਾਸਮੈਂਟ ਹੀ ਹੈ ਇੱਕ। ਪਹਿਲਾਂ ਆਏ ਸੀ ਤੁਸੀਂ? ਪਹਿਲਾਂ ਆਏ ਸੀਗੇ, ਉਹ ਕਹਿੰਦੇ ਸਟੈਂਪ ਲਵਾ ਕੇ ਲੈ ਕੇ ਆਓ, ਫਿਰ ਭਰਾਂਗੇ ਫਾਰਮ, ਅੱਗੇ ਜਾਇ ਕਰਾਂਗੇ ਨਾ। ਤਾਂ ਹੋਰ ਵੀ ਕੁਝ ਲੋਕ ਹੈ, ਇਹਨਾਂ ਨਾਲ ਗੱਲ ਕਰਦੇ। ਤੁਸੀਂ ਕਿੱਥੋਂ ਆਏ ਹੈਗੇ ਹੋ? ਮੈਂ 57 ਸੈਕਟਰ। ਤੁਸੀਂ ਪਹਿਲਾਂ ਇੱਥੇ ਆਏ ਸੀ, ਉਸ ਤੋਂ ਬਾਅਦ ਪਤਾ ਲੱਗਿਆ ਵੀ ਸਾਨੂੰ ਮੋਹਰ ਲਗਵਾਉਣੀ ਹੈ? ਨਹੀਂ ਸਰ, ਪਹਿਲੇ ਤੇ ਪਤਾ ਸੀਗਾ, ਦੱਸਿਆ ਸੀਗਾ ਸਾਡੇ ਉੱਥੇ। ਤੁਹਾਨੂੰ ਕਿਵੇਂ ਲੱਗਦਾ, ਤੁਹਾਨੂੰ ਕੀ ਲੱਗਦਾ ਨਹੀਂ ਕਿ ਜੇ ਤੁਸੀਂ ਵੈਕਸੀਨੇਸ਼ਨ ਲਗਵਾਉਣੀ ਹੈ ਤਾਂ ਸਟੈਂਪਾਂ ਦੀ ਕੀ ਜ਼ਰੂਰਤ ਹੈ? ਆਧਾਰ ਕਾਰਡ ਹੋਣਾ ਚਾਹੀਦਾ, ਆਧਾਰ ਕਾਰਡ ਹੋਣਾ ਚਾਹੀਦਾ ਸਰ, ਸਟੈਂਪ ਕੰਪਲਸਰੀ ਨਹੀਂ ਆ। ਤਾਂ ਇੱਥੇ ਤੁਸੀਂ ਦੇਖੋ ਇਸ ਤਰੀਕੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ। ਇੱਥੇ SHO ਦੀ ਮੋਹਰ ਦੀ ਜ਼ਰੂਰਤ ਹੈਗੀ ਆ। ਤੁਹਾਨੂੰ DC ਦੇ ਆਰਡਰ ਜਿਹੜੇ ਦਿਖਾ ਦਿੰਦੇ, ਇਹ DC ਦੇ ਆਰਡਰ ਇੱਥੇ ਲੱਗੇ ਹੋਏ ਨੇ ਮੋਹਾਲੀ DC ਦੇ। ਦੇਖੋ ਤੁਸੀਂ, ਇਹਨਾਂ ਦੇ ਆਰਡਰ ਦੇ ਵਿੱਚ ਇਹ ਲਿਖਿਆ ਹੋਇਆ ਸਾਰੀਆਂ ਚੀਜ਼ਾਂ। ਤਾਂ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾ ਦਿੰਦੇ ਹਾਂ। ਕੁਝ ਹੋਰ ਵੀ ਸਾਡੇ ਨਾਲ ਇੱਥੇ ਲੋਕ ਮੌਜੂਦ ਨੇ। ਤੁਸੀਂ ਇੱਥੇ ਆਏ ਹੋ, ਮੋਹਰ ਕਿਹਦੀ ਲਵਾ ਕੇ ਜਾਏ?
ਐਸਐਚਓ ਦੀ। ਅੱਛਾ, ਹਾਂਜੀ ਤੁਹਾਨੂੰ ਲੱਗਦਾ ਕਿ ਐਸਐਚਓ ਦੀ ਮੋਹਰ ਦੀ ਇੱਥੇ ਜ਼ਰੂਰਤ ਕੀ ਹੋਣੀ ਚਾਹੀਦੀ ਹੈ? ਸਰ ਬਿਲਕੁਲ ਵੀ ਨਹੀਂ, ਸਿਰਫ ਆਧਾਰ ਕਾਰਡ ਤੇ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਵੀ ਵਰਕ ਕਰਦੇ ਹਾਂ ਇੱਥੇ ਤੇ ਸਾਨੂੰ ਵੀ ਬਹੁਤ ਜ਼ਿਆਦਾ ਖੱਜਲ ਖੁਆਰੀ ਹੋ ਰਹੀ ਆ। ਤੁਸੀਂ ਪਹਿਲਾਂ ਇੱਥੇ ਆਏ ਸੀ? ਹਾਂਜੀ ਪਹਿਲਾਂ ਆ ਗਏ ਹਾਂ, ਪਹਿਲਾਂ 2 ਗੇੜੇ ਲਾ ਚੁੱਕੀ ਹਾਂ, ਸਾਰਾ ਪਤਾ ਕਰਕੇ ਗਿਆ। ਪਹਿਲਾਂ ਉਧਰੋਂ ਕੀਤਾ, ਸਾਹਮਣੇ ਜਿਹੜੀ ਪੁਲਿਸ ਸਟੇਸ਼ਨ ਆ ਉੱਥੋਂ ਪਤਾ ਕੀਤਾ ਤਾਂ ਉਹ ਕਹਿੰਦੇ ਕਿ ਇੱਕ ਫੇਜ਼ ਦੇ ਵਿੱਚ ਐਸਐਚਓ ਦੇ ਹੀ ਹੋਣਗੇ, ਉਹੀ ਟੈਸਟਡ ਕਰਦੇ ਆ। ਹਾਂਜੀ ਫਿਰ ਤੁਸੀਂ ਆ ਕੇ ਐਸਐਚਓ ਦਾ ਮਿਹਨਤ ਕਰਨਾ ਕੀਤਾ ਵੀ ਨਹੀਂ ਐਕਚੁਅਲੀ ਉੱਥੇ ਕਾਫੀ ਜਾਣੇ ਸੀਗੇ ਤਾਂ ਉਹ ਸਾਰੇ ਕਹਿ ਰਹੇ ਸੀ, ਪਹਿਲਾਂ ਤਾਂ ਕਹਿ ਰਹੇ ਸੀ ਕਿ ਉਹ ਜਿੱਥੇ ਦੇ ਤੁਸੀਂ ਹੈਗੇ ਹੋ ਉੱਥੇ ਹੀ ਇੰਜੈਕਸ਼ਨ ਲੱਗੇਗੀ, ਤਾਂ ਅਸੀਂ ਇੱਥੇ ਪੀਜੀ 'ਚ ਰਹਿ ਰਹੇ ਹਾਂ, ਸਟਾਫ ਨਰਸ ਆ ਮੈਂ, ਤਾਂ ਫਿਰ ਉਹਦੇ ਕਰਕੇ ਉਹਨਾਂ ਨੇ ਚਲੋ ਲਗਾਤਾ ਹੈ ਤਾਂ ਕਰੋਨਾ ਵਾਰੀਅਰਸ ਦੇ ਵਿੱਚ ਆਉਂਦੇ ਆ, ਫਰੰਟ ਲਾਈਨ ਵਰਕਰ ਦੇ ਵਿੱਚ ਆਉਂਦੇ ਆ, ਤੁਹਾਨੂੰ ਕੀ ਐਕਚੁਅਲੀ ਸਰ ਜੇ ਗਵਰਨਮੈਂਟ ਕਰਵਾਉਣਾ ਤਾਂ ਜ਼ਰੂਰਤ ਆ ਇਹਦੀ। ਹਾਂਜੀ ਪ੍ਰਾਈਵੇਟ ਲੱਗਦਾ ਕਿ ਅਟਪਟੇ ਨਾਦਰਸ਼ਾਹੀ ਫਰਮਾਨ ਹੈਗੇ ਕਿ ਇਸ ਤਰ੍ਹਾਂ ਦੀਆਂ ਸਟੈਂਪਾਂ ਦੀ ਐਸਐਚਓ ਦੀ ਸਟੈਂਪ ਦੀ ਕੀ ਜ਼ਰੂਰਤ ਹੈ? ਨਹੀਂ ਸਰ ਹੋਣੀ ਨਹੀਂ ਚਾਹੀਦੀ। ਤੁਸੀਂ ਕਿੱਥੋਂ ਆਏ? ਅਸੀਂ ਨਾਲ ਹੀ ਆ। ਤੁਸੀਂ ਦਿਖਾ ਦਿਓ ਜ਼ਰਾ ਕਿੱਥੇ ਅਸੀਂ ਨਾਲ। ਤੁਸੀਂ ਵੀ ਐਸਐਚਓ ਦੀ ਮੋਹਰ ਲਗਾ ਕੇ ਹਾਂਜੀ ਹਾਂਜੀ। ਦਿਖਾਈ ਜ਼ਰਾ ਕਿਵੇਂ ਲੱਗਦਾ, ਤੁਸੀਂ ਇਸ ਆਰਡਰ ਨੂੰ ਕਿਵੇਂ ਮੰਨਦੇ ਹੋ? ਤੁਸੀਂ ਕੀ ਕਹਿ ਸਕਦੇ ਆ? ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ। ਸਿੰਪਲ ਹੈ ਕਿ ਗਵਰਨਮੈਂਟ ਵੱਲੋਂ ਹੈ ਇੰਜੈਕਸ਼ਨ ਤਾਂ ਲਗਾਓ, ਆਧਾਰ ਕਾਰਡ ਤੇ ਹੋਣਾ ਚਾਹੀਦਾ ਕਿ ਨੰਬਰ ਲਾਓ ਤੇ ਇੰਜੈਕਸ਼ਨ ਲੱਗ ਜਾਣ, ਬਟ ਆ ਖੱਜਲ ਖੁਆਰੀ ਬਹੁਤ ਜ਼ਿਆਦਾ ਹੈ, ਜਾਣਬੁੱਝ ਕੇ ਕੰਪਲਿਕੇਟਡ ਬਹੁਤ ਜ਼ਿਆਦਾ ਕੰਪਲਿਕੇਟਡ ਹੈ। ਹਾਂਜੀ ਤਾਂ ਇਹ ਦੇਖੋ ਤਸਵੀਰਾਂ, ਇਹ ਮੋਹਾਲੀ 6 ਫੇਸ ਦੇ ਹਸਪੀਟਲ ਦੀਆਂ ਤਸਵੀਰਾਂ ਨੇ। ਹਾਲਾਂਕਿ ਇਸ ਤੇ ਸਿਆਸਤ ਵੀ ਲਗਾਤਾਰ ਹੋਈ ਆ। ਸਿਆਸਤ ਕੱਲ ਸੁਖਬੀਰ ਬਾਦਲ ਨੇ ਇਹ ਬਿਆਨ ਦਿੱਤੇ ਸਨ ਕਿ ਜਿਹੜੇ ਇਸ ਵੈਕਸੀਨੇਸ਼ਨ ਦੇ ਪ੍ਰੋਗਰਾਮ ਨੂੰ ਕੰਪਲਿਕੇਟਡ ਇਸ ਕਰਕੇ ਕੀਤਾ ਗਿਆ ਕਿਉਂਕਿ ਸਰਕਾਰ ਕੋਲੇ ਦੋਸ਼ ਹੈ ਨਹੀਂ, ਲੋਕਾਂ ਨੂੰ ਇੱਧਰ ਉੱਧਰ ਘੁਮਾਉਂਦੇ ਰਹੋ ਅਤੇ ਵੈਕਸੀਨੇਸ਼ਨ ਦਾ ਪ੍ਰਬੰਧ ਸਰਕਾਰ ਕੋਲੇ ਹੈ ਨਹੀਂਗਾ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇੱਥੇ ਜਿਹੜੇ ਮੈਨੇਜ ਕਰ ਰਹੇ ਨੇ ਸਾਰਾ, ਜੋ ਇੱਥੋਂ ਦੇ ਕਹਿ ਸਕਦੇ ਹਾਂ ਕਿ ਕਰਤਾ ਧਰਤਾ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖਾਂਗੇ ਕਿ ਇੱਥੇ ਕਰਤਾ ਧਰਤਾ ਕੌਣ ਹੈਗੇ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਸ ਤਰੀਕੇ ਦੇ ਫਰਮਾਨ ਦਿੱਤੇ ਕਿਉਂ ਗਏ। ਤਾਂ ਬੈਠੇ ਹੋਏ ਨੇ, ਅਸੀਂ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਜਵਾਬ ਲੈਣਾ ਬਣਦਾ ਹੈ। ਡਾਕਟਰ ਸਾਹਿਬ ਤੁਸੀਂ ਇੰਚਾਰਜ ਹੋ ਇੱਥੇ, ਜਰਾ ਦੱਸ ਦਿਓ, ਲਾਈਵ ਚੱਲ ਰਿਹਾ, ਦੱਸ ਦਿਓ ਤੁਸੀਂ ਇਹ ਕੀ ਫਰਮਾਨ ਜਿਹੜੇ ਦਿੱਤੇ ਗਏ ਨੇ ਕਿ ਐਸਐਚਓ ਦੀ ਸਟੈਂਪ ਲੱਗਣੀ ਜੀ, ਬੀਡੀਪੀ ਇੱਕ ਮਿੰਟ ਐਸਐਚਓ ਦੀ ਸਟੈਂਪ ਲੱਗਣੀ ਜ਼ਰੂਰੀ ਹੈ, ਐਮਸੀ ਦੀ ਸਟੈਂਪ ਲੱਗਣੀ ਜ਼ਰੂਰੀ ਹੈ, ਬੀਡੀਪੀਓ ਦੀ ਸਟੈਂਪ ਲੱਗਣੀ ਜ਼ਰੂਰੀ ਹੈ। ਆਰਡਰ ਕਿੱਥੇ ਆਏ, ਕਿਵੇਂ ਆਏ? ਸਰ ਸਟੈਂਪ ਲੱਗਣੀ ਜ਼ਰੂਰੀ ਨਹੀਂ ਹੈ। ਬੇਸਿਕਲੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਕੋਵਿਨ ਐਪ ਹੈ ਨਾ, ਉਹਦੇ 'ਚ 2 ਤਰ੍ਹਾਂ ਦੇ ਸਿਸਟਮ ਹੈ। ਇੱਕ ਅਬਵ 45 ਹੈ, ਅਬਵ 45 ਓਪਨ ਫॉर ਆਲ ਹੈ, ਕੋਈ ਵੀ ਜਿਹੜਾ ਬੰਦਾ ਅਬਵ 45 ਹੈ ਵੈਕਸੀਨ ਲਵਾ ਸਕਦਾ। ਦੂਸਰਾ ਹੈਗਾ ਬਿਲੋ 45। ਬਿਲੋ 45 ਵਿੱਚ ਕੈਟਾਗਰੀ ਨੇ ਫਰੰਟ ਲਾਈਨ ਵਰਕਰਸ, ਹੈਲਥ ਕੇਅਰ ਵਰਕਰਸ, ਉਹ ਸਰਟੀਫਾਈ ਕਰਦੇ ਆ ਇਹ ਲੋਕ, ਅਥਾਰਟੀ ਦਿੱਤੀ ਹੋਈ ਹੈ ਇਹਨਾਂ ਨੂੰ ਕਿ ਇਹ ਲੋਕ ਸਰਟੀਫਾਈ ਕਰ ਸਕਦੇ ਨੇ ਕਿ ਇਹ ਫਰੰਟ ਲਾਈਨ ਵਰਕਰਸ ਨੇ। ਕਿ ਐਸਐਚਓ ਕਿਵੇਂ ਇਸ ਚੀਜ਼ ਨੂੰ ਸਰਟੀਫਾਈਡ ਕਰਨਾ? ਸਰ ਅਥਾਰਟੀ ਅਗਰ ਉਹ ਸਾਰੇ ਇੱਕ ਬੰਦੇ ਨੂੰ ਵੈਕਸੀਨੇਸ਼ਨ ਕਿਤੇ ਵੀ ਲੱਗ ਸਕਦੀ ਹੈ ਤਾਂ ਐਸਐਚਓ ਦੀ ਜ਼ਰੂਰਤ ਕਿਉਂ ਪੈ ਰਹੀ ਆ? ਵੈਕਸੀਨੇਸ਼ਨ ਤਾਂ ਕਿਤੇ ਕੋਈ ਵੀ ਲਗਵਾ ਲਓ ਪੰਜਾਬ ਦੇ। ਸਰ ਇਹਦੇ ਵਾਸਤੇ ਤੁਸੀਂ ਸਾਡੇ ਆਫਿਸ ਨਾਲ ਗੱਲ ਕਰ ਲਓ, ਸਾਨੂੰ ਇਹੀ ਪਤਾ, ਸਾਨੂੰ ਇੰਨਾ ਹੀ ਪਤਾ ਕਿ ਫਰੰਟ ਲਾਈਨ ਵਰਕਰ ਉਹ ਆਫੀਸ਼ੀਅਲਸ ਨੂੰ ਅਥਾਰਟੀ ਦਿੱਤੀ ਹੈ ਕਿ ਉਹ ਆਥੋਰਾਈਜ਼ ਕਰਕੇ ਭੇਜ ਦਿੰਦੇ, ਅਸੀਂ ਵੈਕਸੀਨ ਲਾ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਹੈ ਕਿ ਜਿਹੜੇ ਫਾਰਮ ਹੈਗੇ ਉਹ ਇੱਥੇ ਅਵੇਲੇਬਲ ਨਹੀਂ ਕੀਤੇ ਰੱਖੇ ਗਏ। ਅਗਰ ਕੋਈ ਵੈਕਸੀਨੇਸ਼ਨ ਲਗਾਉਣਾ ਤਾਂ ਤੁਹਾਨੂੰ 6 ਫੇਸ ਜਾ ਕੇ ਉੱਧਰ ਹਸਪੀਟਲ ਦੇ ਅੰਦਰੋਂ ਫਾਰਮ ਲੈਣੇ ਪੈ ਰਹੇ, ਉੱਥੋਂ ਲੈ ਕੇ ਇੱਧਰ ਆਉਂਦਾ, ਇੱਧਰ ਪਤਾ ਲੱਗਦਾ ਮੋਹਰ ਨਹੀਂ ਲੱਗਦੀ, ਫਿਰ ਉਹ ਐਸਐਚਓ ਕੋਲ ਭੱਜਦਾ, ਐਸਐਚਓ ਨਹੀਂ ਮਿਲਦਾ ਤਾਂ ਉਹ ਕਿਸੇ ਹੋਰ ਅਫਸਰ ਕੋਲੇ ਭੱਜਦਾ, ਉੱਧਰੋਂ ਫਿਰ ਵਾਪਸ ਇੱਧਰ ਆਉਂਦਾ, ਆਉਂਦੇ ਨੂੰ ਵੈਕਸੀਨੇਸ਼ਨ ਖਤਮ ਹੋ ਜਾਂਦੀ ਹੈ। ਤਾਂ ਕਿਵੇਂ ਲੱਗਦਾ ਨਹੀਂ ਕਿ ਕੰਪਲਿਕੇਟਡ ਕਰ ਰੱਖਿਆ, ਬਹੁਤ ਜ਼ਿਆਦਾ ਸਿਸਟਮ, ਲੋਕ ਹਰਾਸ ਹੋ ਰਹੇ। ਫਾਰਮ ਇੱਥੇ ਤਾਂ ਰੱਖਣਾ ਬੜੀ ਮੈਂਡੇਟਰੀ, ਉਹ ਤਾਂ ਤੁਹਾਡਾ ਕੰਮ ਨਹੀਂ। ਫਰੰਟ ਲਾਈਨ ਵਰਕਰਸ ਵਾਸਤੇ ਜਿਹੜਾ ਹੈਗਾ ਨਾ, ਉਹਨਾਂ ਵਾਸਤੇ ਸਾਈਨ ਜ਼ਰੂਰੀ, ਅਥਾਰਟੀ ਜਿਹੜੇ ਵੀ ਅਥਾਰਟੀ ਦਿੱਤੀ ਹੋਈ ਜਿਨ੍ਹਾਂ ਨੂੰ, ਉਹਨਾਂ ਦੇ ਸਾਈਨ ਜ਼ਰੂਰੀ। ਫਾਰਮ ਮੈਂ ਕਹਿ ਰਿਹਾ ਕਿ ਫਾਰਮ ਜਿਹੜੇ ਭਰਦੇ ਆ, ਫਿਲ ਕਰਦੇ ਆ, ਉਹ ਫਾਰਮ ਇੱਥੇ ਕਿਉਂ ਨਹੀਂ ਰੱਖਦੇ? ਇੱਥੇ ਹੁੰਦੇ ਆ ਸਰ, ਲੇਕਿਨ ਆਏ ਵੀ ਕਈ ਵਾਰ ਖਤਮ ਹੋ ਜਾਂਦੇ ਹੁੰਦੇ ਆ ਫਾਰਮ ਤਾਂ। ਅਸੀਂ ਲੋਕ ਤਾਂ ਕਹਿ ਰਹੇ ਕਿ ਜਦੋਂ ਹੀ ਅਸੀਂ ਆਉਂਦੇ ਆ ਤੇ ਉਹ ਫਾਰਮ ਹੀ ਨਹੀਂ ਮਿਲਦਾ ਇੱਥੇ। ਫਾਰਮ ਤਾਂ ਹੁੰਦੇ ਆ, 5 ਰੁਪਏ ਦਾ ਸਾਈਨ ਉਹਨਾਂ ਨੂੰ ਆਪ ਕਰਾਣੇ ਪੈਂਦੇ। फॉर्म्स का हमने लिखा हुआ है, पर फॉर्म हमारे पास है तो लोगों को प्रिंट लेके ਕਿਤੋਂ ਵੀ ਇੰਟਰਨੈਟ ਤੇ ਵੀ ਅਵੇਲੇਬਲ ਆ, ਕਿਤੋਂ ਵੀ ਕਢਾ ਸਕਦੇ। ਤਾਂ ਇਹ ਤਰਕ ਜਿਹੜਾ ਦਿੱਤਾ ਜਾ ਰਿਹਾ ਮੋਹਾਲੀ ਹਸਪੀਟਲ ਦੇ ਜਿਹੜੇ ਇੱਥੇ ਮੈਨੇਜਮੈਂਟ ਕਰਦੇ ਨੇ ਉਹਨਾਂ ਦੇ ਡਾਕਟਰਸ ਵੱਲੋਂ। ਤੁਸੀਂ ਦੇਖੋ ਇਹ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਇੱਥੇ ਮੋਹਾਲੀ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਕਿ ਲੋਕ ਐਸਐਚਓ ਨੂੰ ਲੱਭ ਰਹੇ ਨੇ ਆਪਣੀ ਵੈਕਸੀਨੇਸ਼ਨ ਕਰਵਾਉਣ ਦੇ ਲਈ। ਜਾ ਕੇ ਮਿੰਨਤ ਤਰਲੇ ਕਰਨੇ ਪੈਂਦੇ ਨੇ, ਲਾਈਨਾਂ ਦੇ ਵਿੱਚ ਪਹਿਲਾਂ ਲੱਗਦੇ ਆ, ਖੱਜਲ ਖੁਆਰੀ ਹੁੰਦੀ ਆ। ਤੁਸੀਂ ਦੇਖੋ
ਲੇਕਿਨ ਇੱਕ ਜਿਹੜਾ ਆਰੋਪ ਵੀ ਲਗਾਤਾਰ ਲੱਗ ਰਿਹਾ ਕਿ ਜੋ ਸਿਫਾਰਸ਼ੀ ਨੇ ਉਹਨਾਂ ਦੀਆਂ ਵੈਕਸੀਨੇਸ਼ਨ ਬੜੇ ਆਰਾਮ ਦੇ ਨਾਲ ਹੋ ਜਾਂਦੀਆਂ, ਉਹਦੇ ਲਈ ਅਲੱਗ ਹੀ ਕਾਊਂਟਰ ਬਣਾਇਆ ਹੋਇਆ ਮੈਡਮ ਵੱਲ, ਉਧਰ ਉਹਨਾਂ ਦੀ ਸਿੱਧੀ ਜਿਹੜੀ ਐਂਟਰੀ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਫਾਰਮ ਦੀ ਵੀ ਜ਼ਰੂਰਤ ਨਹੀਂ ਪੈਂਦੀ। ਉਹ ਵੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਇਹ ਕਾਊਂਟਰ ਕਿਹੜਾ ਹੈਗਾ। ਮੈਮ ਇੱਥੇ ਕਿਵੇਂ ਮਤਲਬ ਫਾਰਮ ਫਿਲ ਕਿਵੇਂ ਕੀਤੇ ਜਾਂਦੇ ਆ, ਕੀ ਇੱਥੋਂ ਦਾ ਪ੍ਰੋਸੈਸ ਹੈਗਾ, ਤੁਸੀਂ ਇੱਥੇ ਆਨਲਾਈਨ ਕਰ ਰਹੇ ਹੋ? ਸਰ ਇੱਥੇ ਫਾਰਮ ਆਪਾਂ ਇੱਥੇ ਡਿਟੇਲ ਵਗੈਰਾ ਫਿਲ ਕਰਦੇ ਆ, ਆਧਾਰ ਕਾਰਡ ਜਾਂ ਕਿਸੇ ਨੇ ਪਾਸਪੋਰਟ ਦਿੱਤਾ, ਪਾਸਪੋਰਟ ਦੀ ਡਿਟੇਲ ਨੰਬਰ ਵਗੈਰਾ, ਉਸ ਤੋਂ ਬਾਅਦ ਫਾਰਮ ਆਪਾਂ ਇੱਥੋਂ ਅਪਲੋਡ ਕਰਕੇ ਨਾਲ ਦੀ ਨਾਲ ਤਾਂ ਵੈਰੀਫਾਈ ਕਰ ਦਿੰਦੇ ਹਾਂ। ਇੱਥੇ ਮਤਲਬ ਸਾਈਨ ਇੱਥੇ ਲੱਗੀ ਹੋਣੀ ਜ਼ਰੂਰ, ਮੋਹਰ ਇੱਥੇ ਲੱਗੀ? ਉਹਨਾਂ ਦਾ ਅਪਲੋਡ ਨਹੀਂ ਹੁੰਦਾ ਸਰ, ਇਹ ਜ਼ਰੂਰੀ ਹੈ ਜੀ ਸਰ। ਤਾਂ ਇਹ ਦੇਖੋ ਤੁਸੀਂ ਇੱਥੇ ਤਸਵੀਰਾਂ ਮੋਹਾਲੀ ਸਿਵਲ ਹਸਪੀਟਲ ਦੀਆਂ ਤਸਵੀਰਾਂ ਨੇ। ਤਾਂ ਇਹ ਲਗਾਤਾਰ ਸਵਾਲ ਆਮ ਆਦਮੀ ਪਾਰਟੀ ਵੀ ਚੱਕ ਰਹੀ ਹੈ, ਲਗਾਤਾਰ ਤਮਾਮ ਜਿਹੜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਹੈਗੀਆਂ ਨੇ ਉਹ ਵੀ ਚੱਕ ਰਹੀਆਂ ਨੇ ਕਿ SHO ਦੀ ਮੋਹਰ ਕਿਉਂ ਜ਼ਰੂਰੀ। ਇਸ ਤੋਂ ਇਲਾਵਾ ਪਬਲਿਕ ਨੂੰ ਹਰਾਸ ਕਿਉਂ ਕੀਤਾ ਜਾਂਦਾ ਹੈ। ਆਰੋਪ ਤਾਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਇਹ ਵੀ ਲਾ ਰਿਹਾ ਕਿ ਸਰਕਾਰ ਕੋਲੇ ਵੈਕਸੀਨੇਸ਼ਨ ਹੈ ਨਹੀਂ, ਇਸ ਕਰਕੇ ਲੋਕਾਂ ਨੂੰ ਜਾਣਬੁੱਝ ਕੇ ਘੁਮਾਇਆ ਜਾ ਰਿਹਾ, ਜਾਣਬੁੱਝ ਕੇ ਭਟਕਾਇਆ ਜਾ ਰਿਹਾ ਤਾਂ ਕਿ ਲੋਕ ਜ਼ਿਆਦਾ ਨਾ ਆਉਣ, ਹਰਾਸ ਹੋ ਕੇ ਵਾਪਸ ਹੀ ਮੁੜ ਜਾਣ। ਤਾਂ ਇਸ ਤਰੀਕੇ ਦੇ ਆਰੋਪ ਵੀ ਲੱਗ ਰਹੇ ਨੇ। ਲੇਕਿਨ ਸਿਸਟਮ ਦੇ ਵਿੱਚ ਜਿਹੜਾ ਇਹ ਨਵਾਂ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਤਾਂ ਉਸ 'ਤੇ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਜ਼ਰੂਰ ਲੱਗ ਰਹੇ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਫੈਸਲੇ ਨੂੰ ਲੈ ਕੇ ਸੀਐਮ ਕੈਪਟਨ ਨੂੰ ਘੇਰਿਆ ਹੈ ਤੇ ਕਿਹਾ ਕਿ ਇਸ ਫੈਸਲੇ ਨਾਲ ਆਮ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜਿਹੜਾ ਮੁੱਖ ਮੰਤਰੀ ਨੂੰ ਆਈ ਨਹੀਂ ਪਤਾ ਹੋ ਕੀ ਰਿਹਾ ਹੈ ਸੂਬੇ 'ਚ, ਜੇ ਕਿ SHO ਦੀ ਵੈਕਸੀਨ ਲਵਾਉਣ ਵਾਸਤੇ ਤੁਹਾਨੂੰ SHO ਦੀ ਲੋੜ ਮੋਹਰ ਲੈ ਚਾਹੀਦੀ ਹੈ। ਇਹ ਤੋਂ ਮਤਲਬ ਦਾ ਮਾੜੀ ਗੱਲ ਕੀ ਹੈ? ਆਹ ਸਾਰੇ ਤਰੀਕੇ ਆ ਲੋਕਾਂ ਨੂੰ ਭੰਬਲ ਭੁੱਸੇ ਪਾਉਣੇ ਤੇ ਦਵਾਈ ਹੈ ਨਹੀਂ, ਜਾਣ ਕੇ ਲੋਕੀ ਲਾਈਨਾਂ 'ਚ ਨਾ ਲੱਗਣ ਤੇ ਲੋਕੀ ਚੱਕਰ ਮਾਰਦੇ ਰਹਿਣ। ਵੈਕਸੀਨ ਤੁਸੀਂ ਆਧਾਰ ਕਾਰਡ ਦੇ ਲਓ, ਹਰ ਤੁਸੀਂ ਆਧਾਰ ਕਾਰਡ ਬਣਾਇਆ, ਤੁਹਾਡੀ ਆਈ ਕਾਰਡ ਹੈਗਾ ਸਾਰਿਆਂ ਦਾ, ਤੁਸੀਂ ਕੱਲਾ ਵੈਕਸੀਨ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਪੋਰਟਲ ਹੈ ਉਹਦੇ ਦੋ ਚੀਜ਼ਾਂ ਚਾਹੀਦੀਆਂ, ਇੱਕ ਤੁਹਾਡਾ ਆਧਾਰ ਨੰਬਰ ਤੇ ਟੈਲੀਫੋਨ ਨੰਬਰ, ਆ ਦੋਨੋਂ ਚੀਜ਼ਾਂ ਚਾਹੀਦੀਆਂ, ਹੋਰ ਕੁਝ ਨਹੀਂ ਚਾਹੀਦਾ। ਇਸ ਬਾਰੇ ਜਦੋਂ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਇੱਕ ਵਾਰ ਤੁਸੀਂ ਆਪ ਹੀ ਸੁਣ ਲਓ ਉਹਨਾਂ ਦਾ ਇਹ ਜਵਾਬ। ਕਿਸੇ SHO ਦੀ ਮੋਹਰ ਮੈਂ ਤਾਂ ਪਹਿਲੇ ਤੁਹਾਨੂੰ ਕਿਸੇ ਨੂੰ ਪੁੱਛਿਆ ਨਾ, ਮੈਂ ਤਾਂ ਅੱਜ ਤੱਕ ਨਹੀਂ ਐਦਾਂ ਹੁੰਦਾ ਕਿਸੇ ਬੰਦੇ ਆਇਡੈਂਟੀਟੀ ਕਿਸੇ ਬੰਦੇ ਕੋਲ ਕੋਈ ਨਾ ਹੋਵੇ ਜਾਂ ਉਹਦਾ ਕੋਈ ਆਧਾਰ ਕਾਰਡ ਨਾ ਹੋਵੇ, ਹੋ ਸਕਦਾ ਉਹਨੂੰ ਕਿਹਾ ਹੋਵੇ, ਨਹੀਂ ਪਤਾ ਇਦਾਂ ਦੀ ਕੋਈ ਗੱਲ ਨਹੀਂ। SHO ਤਾਂ ਦੇਖੋ ਜਿਹੜਾ ਕਨਸਟੇਬਲ ਆ ਉਹ ਤਾਂ SHO ਅਸੀਂ ਲੈ ਕੇ ਆਏਗਾ ਨਾ, ਤੇ ਜਿਹੜਾ ਸਾਡਾ ਮੈਡੀਕਲ ਦਾ ਸਾਡੇ CM ਤੋਂ ਲੈ ਕੇ ਜਾਏਗਾ। ਨਹੀਂ ਬਿਲਕੁਲ ਮੈਂ ਇਹ ਗੱਲ ਨੂੰ ਚੈੱਕ ਪਹਿਲੇ ਤਾਂ ਹੋ ਨਹੀਂ ਰਿਹਾ ਹੋਣਾ, ਜੇ ਹੋ ਰਿਹਾ ਚੈੱਕ ਕਰ ਲਾਂਗੇ। ਦੱਸਣਯੋਗ ਹੈ ਕਿ ਮੋਹਾਲੀ ਬਲਬੀਰ ਸਿੱਧੂ ਦਾ ਆਪਣਾ ਸ਼ਹਿਰ ਹੈ ਤੇ ਉਹਨਾਂ ਨੂੰ ਖੁਦ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ। ਉਹਨਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋ ਰਿਹਾ, ਜਦਕਿ ਵੈਕਸੀਨ ਸੈਂਟਰਾਂ ਤੇ ਲੋਕ ਖੱਜਲ ਖੁਆਰ ਹੁੰਦੇ ਨਜ਼ਰ ਆਏ। ਮੰਤਰੀ ਸਾਹਿਬ ਤੁਹਾਡੇ ਆਪਣੇ ਸ਼ਹਿਰ ਦਾ ਇਹ ਹਾਲ ਹੈ, ਸੋ ਤੁਸੀਂ ਆਪ ਹੀ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦਾ ਕੋਈ ਹੱਲ ਕੱਢੋ ਤਾਂ ਜੋ ਆਮ ਲੋਕ ਬਿਨਾਂ ਕਿਸੇ ਅਫਸਰਾਂ ਦੀ ਮੋਹਰ ਦੇ ਵੈਕਸੀਨ ਲਗਵਾ ਸਕਣ। ਚੰਡੀਗੜ੍ਹ ਤੋਂ ਰਵਿੰਦਰ ਮੀਤ ਦੀ ਰਿਪੋर्ट। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।